ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2019 ਦੀ ਰਿਪੋਰਟ ਕੀਤੀ ਜਾਰੀ। ਅੱਜ ਹੀ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਕਿੰਨੀਆਂ ਆਈਆਂ ਅਰਜ਼ੀਆਂ ਤੇ ਕਿੰਨੇ ਹੋਏ ਉਸ ਸਾਲ PR। ਜਸਟਿਨ ਟਰੂਡੋ ਵੱਲੋਂ ਵਿਦਿਆਰਥੀਆਂ ਨੂੰ ਗ੍ਰਾਂਟ ਦੇਣ ਦੇ ਲਈ ਜਿਸ ਸੰਸਥਾ ਨਾਲ ਕੀਤਾ ਜਾ ਰਿਹਾ ਹੈ ਕੰਮ, ਉਸ ਦੀ ਚੋਣ ਕਰਨ ਦੇ ਉੱਤੇ ਉੱਠੇ ਕਈ ਸਵਾਲ। ਦੱਸਾਂਗੇ ਪ੍ਰਧਾਨ ਮੰਤਰੀ ਨੇ ਕੀ ਦਿੱਤਾ ਜਵਾਬ। ਐਡਮੰਟਨ ਵਿੱਚ ਅੱਜ ਦੁਪਹਿਰ ਇੱਕ ਵਿਅਕਤੀ ਦੇ ਮਾਰਿਆ ਗਿਆ ਚਾਕੂ, ਹਾਲਤ ਗੰਭੀਰ। ਸਟਡਬਰੀ ਵਿੱਚ ਅੱਜ ਸਵੇਰੇ ਨਰਸਿਸ ਨੇ ਕੀਤਾ ਪ੍ਰਦਰਸ਼ਨ। ਡਗਫੋਰਡ ਸਰਕਾਰ ਦੇ ਕਿਹੜੇ ਫੈਸਲਿਆਂ ਦਾ ਕੀਤਾ ਗਿਆ ਵਿਰੋਧ, ਦੱਸਾਂਗੇ ਖਬਰਾਂ ਵਿੱਚ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਵੈਨਕੂਵਰ ਦੇ ਵਿੱਚ ਬੇਘਰਾਂ ਦੇ ਲਈ ਖਰੀਦੇ 2 ਹੋਟਲ, ਦੱਸਾਂਗੇ ਕਿਹੜੇ ਨੇ ਇਹ ਹੋਟਲ ਤੇ ਕਿੰਨੀ ਕੀਮਤ ਵਿੱਚ ਖਰੀਦੇ ਗਏ। ਆਟਵਾ 'ਚ ਨੈਸ਼ਨਲ ਗੈਲਰੀ ਨੂੰ ਖੋਲ੍ਹਣ ਦਾ ਕਰ ਦਿੱਤਾ ਗਿਆ ਐਲਾਨ, ਦੱਸਾਂਗੇ ਕੀ ਨੇ ਹਦਾਇਤਾਂ। ਆਟਵਾ 'ਚ 2 ਮਹੀਨੇ ਅੰਦਰ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ 4 ਬੱਚੇ ਖਿੜਕੀਆਂ ਤੋਂ ਹੇਠਾਂ ਡਿੱਗੇ। ਪੁਲਿਸ ਨੇ ਕੀ ਦਿੱਤੀ ਚੇਤਾਵਨੀ, ਦੱਸਾਂਗੇ। ਕਿੰਨੇ ਕੈਨੇਡਾ ਵਾਸੀ ਹੁਣ ਹਮੇਸ਼ਾ ਲਈ ਕਰਨਾ ਚਾਹੁੰਦੇ ਨੇ ਘਰ ਤੋਂ ਹੀ ਕੰਮ, ਇੱਕ ਸਰਵੇਖਣ ਦੀ ਰਿਪੋਰਟ ਬਾਰੇ ਦੇਵਾਂਗੇ ਜਾਣਕਾਰੀ। ਤੇ ਅੰਤ ਵਿੱਚ ਦਿਖਾਵਾਂਗੇ ਕੈਨੇਡਾ ਭਰ ਤੋਂ ਅੰਕੜੇ ਕਿ ਆਖਿਰ ਕਿਹੜੇ ਸੂਬੇ ਤੋਂ ਕਿੰਨੇ ਨੇ ਐਕਟਿਵ ਕੇਸ ਤੇ ਕਿੰਨੀਆਂ ਹੋ ਚੁੱਕੀਆਂ ਨੇ ਮੌਤਾਂ। ਤੁਹਾਨੂੰ ਦੱਸਦੇ ਹਾਂ ਜਾਣਕਾਰੀ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅੱਜ ਹੀ ਜਾਰੀ ਕੀਤੀ ਗਈ ਹੈ। 26 ਜੂਨ ਨੂੰ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਲ 2019 ਵਿੱਚ ਆਖਿਰ ਕਿੰਨੇ ਵਿਅਕਤੀ ਨੇ ਜਿਨ੍ਹਾਂ ਨੂੰ PR ਕੈਨੇਡਾ ਦੇ ਵਿੱਚ ਕੀਤਾ ਗਿਆ ਹੈ ਤੇ ਕਿੰਨੀਆਂ ਉਹਨਾਂ ਕੋਲ ਐਪਲੀਕੇਸ਼ਨਸ ਆਈਆਂ ਸਨ। ਤੇ ਜਿਹੜੀਆਂ ਐਪਲੀਕੇਸ਼ਨ ਆਈਆਂ ਨੇ ਉਹਨਾਂ ਦੇ ਗਿਣਤੀ ਦੇ ਹਿਸਾਬ ਨਾਲ ਜਿਹੜੇ PR ਹੋਏ ਨੇ ਵਿਅਕਤੀ, ਉਹਨਾਂ ਦੀ ਗਿਣਤੀ ਘੱਟ ਇਸ ਕਰਕੇ ਹੈ ਕਿਉਂਕਿ ਬਹੁਤ ਸਾਰੀ ਐਪਲੀਕੇਸ਼ਨਸ ਹਜੇ ਵੀ ਪ੍ਰਕਿਰਿਆ ਦੇ ਅਧੀਨ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਸ਼ੁੱਕਰਵਾਰ ਯਾਨੀ ਕਿ ਅੱਜ 26 ਜੂਨ ਨੂੰ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 2019 ਐਕਸਪ੍ਰੈਸ ਐਂਟਰੀ ਈਅਰ ਐਂਡ ਰਿਪੋਰਟ ਜਾਰੀ ਕੀਤੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸਾਲ 2019 ਵਿੱਚ ਕੁੱਲ 1,09,595 ਵਿਅਕਤੀਆਂ ਨੂੰ PR ਦਿੱਤੀ ਗਈ ਹੈ, ਜੋ ਕਿ ਸਾਲ 2018 ਵਿੱਚ 92,229 ਦੀ ਗਿਣਤੀ ਸੀ। ਯਾਨੀ ਕਿ PR ਦਿੱਤੇ ਜਾਣ ਦੇ ਵਿੱਚ 19% ਤੱਕ ਦਾ ਪਿਛਲੇ ਸਾਲ ਨਾਲੋਂ ਸਾਲ 2019 ਦੇ ਵਿੱਚ ਵਾਧਾ ਹੋਇਆ। ਜਿਸ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਾਲ 2019 ਵਿੱਚ ਐਕਸਪ੍ਰੈਸ ਐਂਟਰੀ ਇਨਵੀਟੇਸ਼ਨ 85,000 ਤੋਂ ਵੱਧ ਦਿੱਤੇ ਗਏ ਸਨ। 3,32,331 ਐਕਸਪ੍ਰੈਸ ਐਂਟਰੀ ਦੇ ਲਈ ਅਰਜ਼ੀਆਂ ਜਮ੍ਹਾਂ ਕਰਵਾਈਆਂ ਗਈਆਂ। ਇਹ ਉਸੇ ਪ੍ਰੋਗਰਾਮ ਦੇ ਅਧੀਨ ਹੈ ਜੋ ਕਿ ਸਾਲ 2015 ਦੇ ਵਿੱਚ ਜਾਰੀ ਕੀਤਾ ਗਿਆ ਸੀ ਤੇ ਹਰ ਸਾਲ ਇਸ ਦੇ ਅਧੀਨ ਪ੍ਰਵਾਸੀਆਂ ਨੂੰ ਪੱਕੇ ਕਰਨ ਦੀ ਗਿਣਤੀ ਤੇ ਉਹਨਾਂ ਦੇ ਵੱਲੋਂ ਅਰਜ਼ੀਆਂ ਲਗਾਉਣ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਕੱਲ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਸਟੂਡੈਂਟ ਗ੍ਰਾਂਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ। I want to help Canada.ca ਦੇ ਉੱਤੇ ਜਾ ਕੇ ਉਸ ਦੀ ਜਾਣਕਾਰੀ ਲਈ ਜਾ ਸਕਦੀ ਹੈ। ਪਰ ਇਹ ਗ੍ਰਾਂਟ ਪ੍ਰੋਗਰਾਮ ਹੈ ਜੋ ਉਸਦੇ ਲਈ ਕੰਮ ਹੈ, ਉਹ ਸਿੱਧਾ ਕੈਨੇਡਾ ਸਰਕਾਰ ਨਹੀਂ ਕਰ ਰਹੀ, ਉਹ ਸਗੋਂ ਇੱਕ ਆਰਗੇਨਾਈਜੇਸ਼ਨ ਨੂੰ ਸੌਂਪਿਆ ਗਿਆ ਤੇ ਉਸ ਆਰਗੇਨਾਈਜੇਸ਼ਨ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਪੈਸੇ ਦਿੱਤੇ ਜਾ ਰਹੇ ਨੇ, ਜਿਸ ਦੇ ਨਾਲ ਵਿਦਿਆਰਥੀ ਸੰਪਰਕ ਕਰਨਗੇ ਤੇ ਅੱਗੇ ਸਾਰਾ ਕੰਮ ਇਹ ਹੋਵੇਗਾ। ਹੁਣ ਇੱਥੇ ਸਵਾਲ ਚੁੱਕੇ ਗਏ ਨੇ ਕਿ ਉਸੇ ਸੰਸਥਾ ਨੂੰ ਕਿਉਂ ਚੁਣਿਆ ਗਿਆ, ਜਿਸ ਦੇ ਬਾਰੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਪਤਨੀ ਸੋਫੀ ਟਰੂਡੋ ਉਸ ਆਰਗੇਨਾਈਜੇਸ਼ਨ ਨਾਲ ਕੰਮ ਕਰ ਚੁੱਕੇ ਨੇ। ਤੇ ਅੱਜ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਨਫਰੰਸ ਕਰ ਰਹੇ ਸਨ ਤਾਂ ਉਸ ਦੌਰਾਨ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ WE ਆਰਗੇਨਾਈਜੇਸ਼ਨ ਨੂੰ ਹੀ ਕਿਉਂ ਚੁਣਿਆ ਗਿਆ, ਕਿਉਂਕਿ ਨਾ ਹੀ ਕਿਸੇ ਹੋਰ ਨੂੰ ਮੌਕਾ ਦਿੱਤਾ ਗਿਆ ਕਿ ਉਸ ਦੇ ਬਰਾਬਰ ਆ ਕੇ ਉਸ ਪ੍ਰਤੀ ਇੱਕ ਕੋਈ ਮੁਕਾਬਲਾ ਹੋਵੇ ਜਾਂ ਫਿਰ ਕੋਈ ਇਸ ਸੰਬੰਧੀ ਕਾਫੀ ਆਰਗੇਨਾਈਜੇਸ਼ਨਸ ਦੇ ਵਿੱਚੋਂ ਚੋਣ ਕੀਤੀ ਗਈ ਹੋਵੇ। ਸਿੱਧੇ ਤੌਰ ਤੇ ਇਹ ਜ਼ਿੰਮਾ ਸਰਕਾਰ ਨੇ WE ਆਰਗੇਨਾਈਜੇਸ਼ਨ ਨੂੰ ਕਿਉਂ ਦਿੱਤਾ ਹੈ, ਤਾਂ ਇਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਲਈ ਕੰਮ ਕਰਨ ਦੇ ਵਾਸਤੇ ਉਹਨਾਂ ਨੂੰ ਲੱਗਿਆ ਕਿ ਯੋਗਤਾ ਰੱਖਦੇ ਨੇ। ਇਸ ਗ੍ਰਾਂਟ ਪ੍ਰੋਗਰਾਮ ਦੇ ਉੱਤੇ ਕੰਮ ਕਰਨ ਦੇ ਲਈ ਉਹਨਾਂ ਨੂੰ ਲੱਗਿਆ ਕਿ ਉਹੀ ਇੱਕ ਸੰਸਥਾ ਹੈ, ਇੱਕੋ ਇੱਕ ਸੰਸਥਾ ਹੈ ਜਿਹੜੀ ਇਸ ਦੇ ਲਈ ਯੋਗਤਾ ਰੱਖਦੀ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਫਾਇਦਾ ਇਸ ਦੇ ਵਿੱਚ ਉਸ ਸੰਸਥਾ ਨੂੰ ਨਹੀਂ ਹੋਣ ਵਾਲਾ ਹੈ। ਸਾਰੇ ਦੇ ਸਾਰੇ ਪੈਸੇ ਜੋ ਸਰਕਾਰ ਦੇ ਵੱਲੋਂ ਦਿੱਤੇ ਜਾਣੇ ਨੇ ਉਹ ਵਿਦਿਆਰਥੀਆਂ ਦੇ ਵਿੱਚ ਗ੍ਰਾਂਟ ਉਹਨਾਂ ਨੂੰ ਦੇਣ ਦੇ ਵਾਸਤੇ ਹੀ ਵੰਡੇ ਜਾਣੇ ਨੇ। ਪਰ ਇਸ ਦੇ ਉੱਤੇ ਫਿਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਤੁਹਾਨੂੰ ਹੁਣ ਸੁਣਾ ਦਿੰਦੇ ਹਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਦੋਂ ਇਸ ਦੇ ਉੱਤੇ ਜਵਾਬ ਦਿੱਤਾ ਹੈ ਤਾਂ ਕੀ ਕਿਹਾ। We've launched an extremely ambitious program to get young people serving in their communities, young people helping out during this time of COVID, where we recognize that the usual
usual job opportunities, the usual volunteering opportunities are simply not there. We're going to create opportunities for tens of thousands of young people right across the country to work with organizations large and small, in communities large and small, right across the country. In order to do that, we needed to have a partner to help establish the networks and to deliver that with all partners across the country. And as the Public Service dug into it, they came back with only one organization that was capable of networking and organizing and delivering this program on the scale that we needed it, and that was the WE program. We work with them in order to do this. We're making sure that their costs are covered, but they are not making any profits on this. ਅਗਲੀ ਖਬਰ ਐਡਮੰਟਨ ਤੋਂ ਹੈ, ਜਿੱਥੇ ਕਿ ਅੱਜ ਦੁਪਹਿਰ 2 ਵਜੇ ਦੇ ਕਰੀਬ ਇੱਕ ਵਿਅਕਤੀ ਦੇ ਚਾਕੂ ਮਾਰਿਆ ਗਿਆ। 34 ਸਾਲ ਉਸ ਵਿਅਕਤੀ ਦੀ ਉਮਰ ਦੱਸੀ ਗਈ ਹੈ। ਐਡਮੰਟਨ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਸ ਵਿਅਕਤੀ ਦੇ ਚਾਕੂ ਮਾਰਨ ਦੇ ਬਾਰੇ ਉਹਨਾਂ ਨੂੰ ਖਬਰ ਮਿਲੀ ਸੀ 2 ਵਜੇ ਦੇ ਕਰੀਬ। ਸਾਈਕਲ ਚੋਰੀ ਦਾ ਸੀ, ਉਸ ਨੂੰ ਲੈ ਕੇ ਇਸ ਲੜਾਈ ਦੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ 28 ਸਾਲਾ ਵਿਅਕਤੀ ਜੋ ਮੌਕੇ ਤੋਂ ਫਰਾਰ ਹੋ ਰਿਹਾ ਸੀ, ਪਰ ਛੇਤੀ ਹੀ ਉਸ ਨੂੰ ਪਾਰਕਿੰਗ ਲੋਟ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਉੱਤੇ ਹੋਰ ਜ਼ਿਆਦਾ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ ਹੈ। ਸਿਰਫ ਪੀੜਤ ਦੀ ਤੇ ਸ਼ੱਕੀ ਵਿਅਕਤੀ ਦੀ ਉਮਰ ਹੀ ਦੱਸੀ ਗਈ ਹੈ। ਇਸ ਦੇ ਵਿੱਚ ਪੁਲਿਸ ਨੇ ਉਹਨਾਂ ਦੇ ਨਾਮ ਨਹੀਂ ਦੱਸੇ। ਅਗਲੀ ਖਬਰ ਹੈ ਜੋ ਸਡਬਰੀ ਦੇ ਵਿੱਚ ਅੱਜ ਸਵੇਰੇ ਪ੍ਰਦਰਸ਼ਨ ਹੋਇਆ। ਨਰਸਾਂ ਦੇ ਵੱਲੋਂ ਇਕੱਠੇ ਹੋ ਕੇ ਉੱਥੇ ਪ੍ਰਦਰਸ਼ਨ ਕੀਤਾ ਗਿਆ। 50 ਦੇ ਕਰੀਬ ਕੁੱਲ ਵਿਅਕਤੀ ਸਨ ਜਿਨ੍ਹਾਂ ਨੇ ਇਹ ਪ੍ਰਦਰਸ਼ਨ ਫੋਰਡ ਸਰਕਾਰ ਦੇ ਵੱਲੋਂ ਜੋ ਬਿੱਲ ਹੈ 124 ਉਸ ਦੇ ਖਿਲਾਫ ਕੀਤਾ। ਸ਼ੁੱਕਰਵਾਰ ਦੀ ਸਵੇਰ ਨੂੰ ਸਡਬਰੀ ਵਿੱਚ ਨਰਸਿਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਫੋਰਡ ਸਰਕਾਰ ਦੇ ਖਿਲਾਫ ਇਸ ਪ੍ਰਦਰਸ਼ਨ ਦੌਰਾਨ ਬਿੱਲ 124 ਦਾ ਵਿਰੋਧ ਕੀਤਾ ਗਿਆ। ਸਡਬਰੀ ਵਿੱਚ ਸ਼ੁੱਕਰਵਾਰ ਸਵੇਰੇ 50 ਦੇ ਕਰੀਬ ਵਿਅਕਤੀ ਇਕੱਠੇ ਹੋਏ ਜੋ ਕਿ ਬ੍ਰਿਜ ਆਫ ਨੇਸ਼ਨਸ ਦੇ ਉੱਤੇ ਇਕੱਠੇ ਹੋਏ ਤੇ ਉਹਨਾਂ ਨੇ ਓਨਟਾਰੀਓ ਸਰਕਾਰ ਦੇ ਵੱਲੋਂ ਲਏ ਗਏ ਫੈਸਲੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਤੇ ਨਾਲ ਹੀ ਜੋ ਵਾਹਨ ਲੰਘ ਰਹੇ ਸਨ ਉਹ ਉਹਨਾਂ ਦੇ ਲਈ ਹਾਰਨ ਵਜਾ ਕੇ ਲੰਘ ਰਹੇ ਸੀ ਤਾਂ ਕਿ ਉਹ ਦੱਸ ਸਕਣ ਕਿ ਉਹਨਾਂ ਦਾ ਉਹ ਸਮਰਥਨ ਕਰਦੇ ਨੇ। ਨਰਸਿਸ ਦੇ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਉਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਸ ਦੇ ਨਾਲ ਉਹਨਾਂ ਦੇ ਕਈ ਹੱਕਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਲੇ 3 ਸਾਲ ਤੱਕ ਤਨਖਾਹਾਂ ਦੇ ਉੱਤੇ ਨਰਸਿਸ ਦੀਆਂ 1% ਤੱਕ ਦੀ ਕੈਪ ਲਗਾ ਦਿੱਤੀ ਗਈ ਹੈ ਕਿ ਉਸ ਤੋਂ ਜ਼ਿਆਦਾ ਨਹੀਂ ਵਧੇਗੀ, ਜੋ ਉਹਨਾਂ ਦੇ ਲਈ ਕਾਫੀ ਜ਼ਿਆਦਾ ਚੁਣੌਤੀ ਭਰਿਆ ਹੋ ਸਕਦਾ ਹੈ। ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਬਿੱਲ 124 ਨੂੰ ਲਾਗੂ ਕਰਨ ਦੇ ਬਾਰੇ ਫੋਰਡ ਸਰਕਾਰ ਨੇ ਐਲਾਨ ਕੀਤਾ ਸੀ ਤਾਂ 1 ਮਹੀਨਾ ਪਹਿਲਾਂ ਹੀ ਫੋਰਡ ਸਰਕਾਰ ਦੇ ਵੱਲੋਂ ਆਪਣੇ ਮੰਤਰੀਆਂ ਦੀ 14% ਤੱਕ ਤਨਖਾਹ ਨੂੰ ਵਧਾਇਆ ਗਿਆ, ਪਰ ਨਰਸਿਸ ਦੀ ਤਨਖਾਹ ਨੂੰ 1% ਤੱਕ ਕੈਪ ਕਰ ਦਿੱਤਾ ਗਿਆ, ਯਾਨੀ ਕਿ ਉਸ ਤੋਂ ਜ਼ਿਆਦਾ ਅਗਲੇ 3 ਸਾਲ ਤੱਕ 1% ਤੋਂ ਵੱਧ ਨਹੀਂ ਵਧਾਈ ਜਾ ਸਕੇਗੀ। ਇਸ ਦੇ ਨਾਲ ਹੀ ਉਹਨਾਂ ਦੇ ਪੈਨਸ਼ਨ ਪਲਾਨ, ਹੋਰ ਉਹਨਾਂ ਨੂੰ ਜਿਹੜੇ ਬੈਨੀਫਿਟ ਮਿਲਦੇ ਨੇ ਤੇ ਉਹਨਾਂ ਦੇ ਉੱਤੇ ਵੀ ਸੀਮਾ ਲਗਾ ਦਿੱਤੀ ਗਈ ਹੈ, ਜੋ ਕਿ ਨਰਸਿਸ ਦੇ ਲਈ ਚੁਣੌਤੀ ਭਰਿਆ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਬੇਘਰਾਂ ਦੀ ਮਦਦ ਦੇ ਵਾਸਤੇ ਵੱਖੋ ਵੱਖਰੇ ਕਦਮ ਚੁੱਕ ਰਹੀ ਹੈ ਤੇ ਇਹਨਾਂ ਕਦਮਾਂ ਦੇ ਤਹਿਤ ਹੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 2 ਹੋਰ ਹੋਟਲ ਖਰੀਦੇ ਨੇ। ਹੁਣ ਵੈਨਕੂਵਰ ਦੇ ਵਿੱਚ 2 ਹੋਟਲ ਖਰੀਦੇ ਗਏ ਨੇ। ਪਹਿਲਾਂ 2 ਹੋਟਲ ਵਿਕਟੋਰੀਆ 'ਚ ਖਰੀਦੇ ਗਏ ਸਨ, ਜਿਨ੍ਹਾਂ ਵਿੱਚ ਹੁਣ ਬੇਘਰ ਰਹਿ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਬੇਘਰਾਂ ਦੇ ਲਈ ਇੱਕ 110 ਕਮਰਿਆਂ ਵਾਲਾ ਹੋਟਲ ਖਰੀਦਿਆ ਵੈਨਕੂਵਰ ਦੇ ਵਿੱਚ, ਇੱਕ 63 ਕਮਰਿਆਂ ਵਾਲਾ ਹੋਟਲ ਖਰੀਦਿਆ। ਇੱਕ ਹੋਟਲ ਗ੍ਰੈਨਵਿਲੇ ਸਟਰੀਟ ਦੇ ਉੱਤੇ ਤੇ ਦੂਜਾ ਵੈਨਕੂਵਰ ਦੇ ਪੱਛਮੀ ਖੇਤਰ ਵਿੱਚ ਹੈ, ਜੋ ਕਿ ਬੇਘਰਾਂ ਦੇ ਲਈ ਖਰੀਦਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਹੋਟਲਸ ਨੂੰ ਉਹਨਾਂ ਨੇ ਕਰੀਬ $75 ਮਿਲੀਅਨ ਦੇ ਵਿੱਚ ਖਰੀਦਿਆ ਹੈ। ਇਸ ਤੋਂ ਪਹਿਲਾਂ ਵਿਕਟੋਰੀਆ ਦੇ ਵਿੱਚ 2 ਹੋਟਲ ਖਰੀਦੇ ਗਏ ਸਨ, ਜਿੱਥੇ ਕਿ ਬੇਘਰਾਂ ਨੂੰ ਰਹਿਣ ਦੇ ਲਈ ਕਮਰੇ ਦਿੱਤੇ ਗਏ। ਇਸ ਤਰ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਵੈਨਕੂਵਰ ਦੇ ਵਿੱਚ 110 ਕਮਰਿਆਂ ਦਾ ਹੋਵਾਰਡ ਜੌਨਸਨ ਹੋਟਲ ਖਰੀਦਿਆ ਗਿਆ, ਜੋ ਕਿ 1176 ਗ੍ਰੈਨਵਿਲੇ ਸਟਰੀਟ ਦੇ ਉੱਤੇ ਹੈ, ਜਿਸ ਨੂੰ ਕਿ $55 ਮਿਲੀਅਨ ਦਾ ਖਰੀਦਿਆ ਗਿਆ ਤੇ ਦੂਜਾ ਹੋਟਲ 1906 ਹੈਰੋ ਸਟਰੀਟ ਦੇ ਉੱਤੇ ਖਰੀਦਿਆ ਗਿਆ, ਜਿਸ ਨੂੰ ਕਿ $19.4 ਮਿਲੀਅਨ ਦਾ ਖਰੀਦਿਆ ਗਿਆ। ਇਸ ਤਰ੍ਹਾਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਦੂਜਾ ਹੋਟਲ, ਜਿਸ ਦੇ ਵਿੱਚ 63 ਕਮਰੇ ਨੇ, ਉਹ ਔਰਤਾਂ ਨੂੰ ਮਦਦ ਦੇਣ ਦੇ ਵਾਸਤੇ ਖਾਸ ਤੌਰ ਤੇ ਖਰੀਦਿਆ ਗਿਆ, ਜਿਸ ਬਾਰੇ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਹਜੇ ਹੋਟਲ ਖਾਲੀ ਨੇ ਤੇ ਜੁਲਾਈ ਦੇ ਵਿੱਚ ਬੇਘਰਾਂ ਨੂੰ ਰਹਿਣ ਦੇ ਵਾਸਤੇ ਹੋਟਲ ਦੇ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਜਦੋਂ ਹੋਟਲ ਖਰੀਦੇ ਗਏ ਸਨ ਤੇ ਬੇਘਰਾਂ ਨੂੰ ਰਹਿਣ ਦੇ ਵਾਸਤੇ ਦਿੱਤੇ ਗਏ ਸੀ, ਜਿਹੜੇ ਤਾਂ ਇਕੱਲੇ ਨੇ ਉਹਨਾਂ ਨੂੰ ਇੱਕ ਕਮਰਾ ਦਿੱਤਾ ਗਿਆ ਰਹਿਣ ਦੇ ਵਾਸਤੇ, ਤੇ ਜਿਹੜੇ ਜੋੜੇ ਨੇ ਉਹਨਾਂ ਨੂੰ 1 ਕਮਰਾ, ਉਸ ਹਿਸਾਬ ਦੇ ਨਾਲ ਰਹਿਣ ਦੇ ਲਈ ਥਾਂ ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਮਈ 15 ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ ਵਿਕਟੋਰੀਆ ਦੇ ਵਿੱਚ ਕੰਫਰਟ ਇਨ ਤੇ ਸੂਟਸ ਨੂੰ 18.5 ਮਿਲੀਅਨ ਡਾਲਰ ਦੇ ਵਿੱਚ ਖਰੀਦਿਆ ਹੈ, ਜਿਸ ਦੇ ਵਿੱਚ 65 ਵਿਅਕਤੀਆਂ ਦੇ ਰਹਿਣ ਦਾ ਇੰਤਜ਼ਾਮ ਹੈ, ਜਿਨ੍ਹਾਂ ਨੂੰ ਕੈਂਪ ਸਿਟੀ ਤੋਂ ਲਿਆ ਕੇ ਹੋਟਲ ਦੇ ਵਿੱਚ ਰੱਖਿਆ ਗਿਆ। ਜਿਸ ਤੋਂ ਬਾਅਦ 2 ਜੂਨ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ 75 ਕਮਰਿਆਂ ਦਾ ਪੌਲਸ ਮੋਟਰ ਇਨ ਜੋ ਕਿ ਡਗਲਸ ਸਟਰੀਟ ਦੇ ਉੱਤੇ ਮੌਜੂਦ ਸੀ, ਉਸ ਨੂੰ ਖਰੀਦ ਲਿਆ ਗਿਆ। ਉਸ ਨੂੰ 15 ਮਿਲੀਅਨ ਡਾਲਰ ਵਿੱਚ ਖਰੀਦਿਆ ਗਿਆ ਸੀ। ਨੈਸ਼ਨਲ ਗੈਲਰੀ ਆਫ ਕੈਨੇਡਾ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ। ਜੁਲਾਈ ਵਿੱਚ 18 ਜੁਲਾਈ ਤੋਂ ਗੈਲਰੀ ਨੂੰ ਖੋਲ੍ਹਿਆ ਜਾਵੇਗਾ, ਜਿਸ ਦੇ ਲਈ ਕਾਫੀ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ। ਨਾਲੇ ਤੁਹਾਨੂੰ ਹੁਣ ਦੱਸਦੇ ਹਾਂ ਕਿ ਆਖਿਰ 18 ਜੁਲਾਈ ਨੂੰ ਤਾਂ ਆਮ ਲੋਕਾਂ ਦੇ ਵਾਸਤੇ ਨੈਸ਼ਨਲ ਗੈਲਰੀ ਖੋਲ੍ਹੀ ਜਾਣੀ ਹੈ, ਪਰ ਪਹਿਲਾਂ 2 ਦਿਨ ਆਖਿਰ ਕਿਹਨਾਂ ਦੇ ਵਾਸਤੇ ਖੋਲ੍ਹੀ ਜਾ ਰਹੀ ਹੈ। ਨੈਸ਼ਨਲ ਗੈਲਰੀ ਆਫ ਕੈਨੇਡਾ ਨੂੰ ਜੁਲਾਈ 18 ਤੋਂ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ, ਜੋ ਕਿ 4 ਮਹੀਨੇ ਤੋਂ ਕੋਵਿਡ-19 ਦੇ ਕਰਕੇ ਬੰਦ ਪਈ ਸੀ। ਗੈਲਰੀ ਸੁਸੈਕਸ ਡਰਾਈਵ ਦੇ ਉੱਤੇ ਮੌਜੂਦ ਹੈ, ਜਿਸ ਦੇ ਕਿ ਫਰਸਟ ਫੇਸ ਦੇ ਤਹਿਤ ਪਹਿਲਾਂ ਕੁਝ ਇਸ ਤਰ੍ਹਾਂ ਖੋਲ੍ਹਿਆ ਜਾਵੇਗਾ ਕਿ ਹਫ਼ਤੇ ਦੇ ਵਿੱਚ ਸਿਰਫ 4 ਦਿਨ ਦੇ ਵਾਸਤੇ ਨੈਸ਼ਨਲ ਗੈਲਰੀ ਖੁੱਲ੍ਹੇਗੀ, ਜੋ ਕਿ ਵੀਰਵਾਰ ਤੋਂ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਹੋਵੇਗੀ, ਪਰ ਵੀਰਵਾਰ ਦੇ ਦਿਨ ਸ਼ਾਮੀ 8 ਵਜੇ ਤੱਕ ਖੁੱਲ੍ਹਿਆ ਕਰੇਗੀ। ਇਸ ਦੌਰਾਨ ਗੈਲਰੀ ਦੇ ਬਾਹਰ ਫੇਸ ਮਾਸਕ ਵੀ ਦਿੱਤੇ ਜਾਣਗੇ। ਜੇਕਰ ਕੋਈ ਵੀ ਗੈਲਰੀ ਨੂੰ ਦੇਖਣ ਆਉਣ ਵਾਲਾ ਵਿਅਕਤੀ ਮਾਸਕ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਮਾਸਕ ਦਿੱਤੇ ਜਾਣਗੇ, ਪਰ ਲਾਜ਼ਮੀ ਨਹੀਂ ਕੀਤਾ ਗਿਆ ਹੈ ਕਿ ਮਾਸਕ ਪਾ ਕੇ ਹੀ ਅੰਦਰ ਜਾਣਾ ਹੈ ਤੇ ਹਰ ਇੱਕ ਨੂੰ ਮਾਸਕ ਦਿੱਤੇ ਹੀ ਜਾਣਗੇ। ਜੇਕਰ ਕਿਸੇ ਵੱਲੋਂ ਮੰਗ ਕੀਤੀ ਜਾਂਦੀ ਹੈ ਤਾਂ ਹੀ ਉਹਨਾਂ ਨੂੰ ਮਿਲਣਗੇ। ਇਸ ਦੇ ਨਾਲ ਹੀ ਸੁਰੱਖਿਆ ਨੂੰ ਦੇਖਦੇ ਹੋਏ ਕਾਫੀ ਘੱਟ ਗਿਣਤੀ ਦੇ ਵਿੱਚ ਲੋਕਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਕਿ ਉਹ ਇੱਕ ਵਾਰ ਦੇ ਵਿੱਚ ਗੈਲਰੀ ਦੇ ਅੰਦਰ ਜਾ ਸਕਣ। ਇਸੇ ਦੇ ਨਾਲ ਇਹ ਵੀ ਇੱਥੇ ਸਥਾਈ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਵਿਜ਼ਿਟਰ ਆਉਣੇ ਨੇ ਤੇ ਨਾਲ ਹੀ ਨੈਸ਼ਨਲ ਗੈਲਰੀ ਦੇ ਕਾਮਿਆਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ, ਜਿਸ ਦੇ ਵਾਸਤੇ ਸੈਸ਼ਾ ਜੋ ਕਿ ਡਾਇਰੈਕਟਰ ਤੇ CEO ਹੈ ਨੈਸ਼ਨਲ ਗੈਲਰੀ ਆਫ ਕੈਨੇਡਾ ਦੇ, ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬਹੁਤ ਸਾਰੇ ਵਿਜ਼ਿਟਰਸ ਦੇ ਵੱਲੋਂ ਤੇ ਮੈਂਬਰਸ ਦੇ ਵੱਲੋਂ ਬਾਰ-ਬਾਰ ਮੰਗ ਕੀਤੀ ਜਾ ਰਹੀ ਸੀ ਕਿ ਉਹ ਗੈਲਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਜਿਸ ਕਰਕੇ ਹੁਣ ਇਸ ਨੂੰ ਖੋਲ੍ਹਣ ਦਾ ਫੈਸਲਾ ਲਿਆ ਜਾ ਰਿਹਾ ਹੈ। 18 ਜੁਲਾਈ ਤੋਂ ਸਾਰਿਆਂ ਦੇ ਵਾਸਤੇ ਗੈਲਰੀ ਨੂੰ ਖੋਲ੍ਹਿਆ ਜਾ ਰਿਹਾ ਹੈ, ਪਰ ਜੁਲਾਈ 16 ਤੇ ਜੁਲਾਈ 17 ਨੂੰ ਜਿੰਨੇ ਵੀ ਨੈਸ਼ਨਲ ਗੈਲਰੀ ਆਫ ਕੈਨੇਡਾ ਦੇ ਮੈਂਬਰ ਨੇ ਉਹ ਆ ਕੇ ਗੈਲਰੀ ਨੂੰ ਦੇਖ ਸਕਦੇ ਨੇ, ਜਿਨ੍ਹਾਂ ਦੇ ਵਾਸਤੇ ਪਹਿਲਾਂ 2 ਦਿਨ ਖੋਲ੍ਹੀ ਜਾਵੇਗੀ। ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਗੈਲਰੀ ਦੇ ਵਿੱਚ ਜੋ ਕੈਫੇਟੇਰੀਆ ਤੇ ਬਾਰ ਹੈ ਉਹ ਫਿਲਹਾਲ ਬੰਦ ਰਹਿਣਗੇ। ਜਦੋਂ ਤੱਕ ਅੱਗੇ ਕੋਈ ਨੋਟਿਸ ਨਹੀਂ ਆਉਂਦਾ ਉਦੋਂ ਤੱਕ ਸਿਰਫ ਗੈਲਰੀ ਨੂੰ ਹੀ ਫਿਲਹਾਲ ਖੋਲ੍ਹਿਆ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਨੈਸ਼ਨਲ ਮਿਊਜ਼ੀਅਮਸ ਨੂੰ ਓਟਵਾ ਦੇ ਵਿੱਚ ਮਾਰਚ 14 ਨੂੰ ਬੰਦ ਕਰ ਦਿੱਤਾ ਗਿਆ ਸੀ ਕੋਵਿਡ-19 ਦੇ ਕਰਕੇ, ਜਿਸ ਤੋਂ ਬਾਅਦ ਹੁਣ ਜਾ ਕੇ ਫੈਸਲੇ ਲਏ ਜਾ ਰਹੇ ਨੇ ਕਿ ਅੱਗੇ ਇਹ ਮਿਊਜ਼ੀਅਮ ਕਿਵੇਂ ਵਾਰੋ-ਵਾਰੀ ਖੋਲ੍ਹੇ ਜਾਣੇ ਨੇ। ਓਟਵਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 2 ਮਹੀਨੇ ਦੇ ਸਮੇਂ ਦੌਰਾਨ 4 ਅਜਿਹੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ 4 ਬੱਚੇ ਘਰਾਂ ਜਾਂ ਅਪਾਰਟਮੈਂਟਸ ਦੀਆਂ ਖਿੜਕੀਆਂ ਤੋਂ ਹੇਠਾਂ ਡਿੱਗ ਗਏ, ਜਿਸ ਦੇ ਵਿੱਚ ਕੁਝ ਦੀ ਹਾਲਤ ਗੰਭੀਰ ਤੇ ਕੁਝ ਹੀ ਸੱਟਾਂ ਲੱਗੀਆਂ ਦੱਸੀਆਂ ਗਈਆਂ ਨੇ। ਓਟਵਾ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ 2 ਮਹੀਨਿਆਂ ਦੇ ਸਮੇਂ ਦੌਰਾਨ ਘਰਾਂ ਤੇ ਅਪਾਰਟਮੈਂਟਸ ਦੀਆਂ ਖਿੜਕੀਆਂ ਤੋਂ 4 ਬੱਚਿਆਂ ਦੇ ਹੇਠਾਂ ਡਿੱਗਣ ਦੇ ਵੱਖੋ-ਵੱਖਰੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਕੁਝ ਬੱਚਿਆਂ ਦੀ ਹਾਲਤ ਗੰਭੀਰ ਵੀ ਦੱਸੀ ਗਈ ਹੈ। ਅਪ੍ਰੈਲ 12 ਤੋਂ ਬਾਅਦ ਇਹ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਨੇ, ਜਿਸ ਦੇ ਬਾਰੇ ਓਟਵਾ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਦੀ ਉਮਰ 23 ਮਹੀਨੇ ਤੋਂ ਲੈ ਕੇ 7 ਸਾਲ ਦੇ ਦਰਮਿਆਨ ਸੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਘੱਟ ਤੋਂ ਲੈ ਕੇ ਗੰਭੀਰ ਤੱਕ ਸੱਟਾਂ ਲੱਗੀਆਂ ਨੇ। ਹੁਣ ਪੁਲਿਸ ਦੇ ਵੱਲੋਂ ਬਾਰ-ਬਾਰ ਸਾਰੇ ਹੀ ਮਾਪਿਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਆਪਣੀਆਂ ਖਿੜਕੀਆਂ ਨੂੰ ਬੱਚਿਆਂ ਦੇ ਵਾਸਤੇ ਸੁਰੱਖਿਅਤ ਬਣਾਇਆ ਜਾਵੇ, ਤਾਂ ਕਿ ਇਹਨਾਂ ਗਰਮੀਆਂ ਵਿੱਚ ਜਦੋਂ ਲੋਕ ਗਰਮੀਆਂ ਦੇ ਦੌਰਾਨ ਜ਼ਿਆਦਾ ਖਿੜਕੀਆਂ ਖੋਲ੍ਹ ਕੇ ਰੱਖਦੇ ਨੇ, ਬੱਚਿਆਂ ਦੇ ਲਈ ਕੋਈ ਖਤਰਾ ਪੈਦਾ ਨਾ ਹੋਵੇ। ਪੁਲਿਸ ਦੇ ਵੱਲੋਂ ਕੁਝ ਟਿਪਸ ਵੀ ਦਿੱਤੇ ਗਏ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਣੀਆਂ ਖਿੜਕੀਆਂ ਨੂੰ ਲੌਕ ਕਰਕੇ ਰੱਖੋ। ਜਦੋਂ ਛੋਟੇ ਬੱਚੇ ਦੇ ਨੇੜੇ ਤੁਸੀਂ ਮੌਜੂਦ ਨਾ ਹੋਵੋ ਤਾਂ ਉਸ ਸਮੇਂ ਲੌਕ ਕੁਝ ਇਸ ਤਰ੍ਹਾਂ ਕੀਤਾ ਜਾਵੇ ਕਿ ਬੱਚੇ ਉਸ ਨੂੰ ਖੋਲ੍ਹ ਨਾ ਸਕਣ। ਵਿੰਡੋ ਗਾਰਡਸ ਜ਼ਰੂਰ ਪਾਏ ਜਾਣ ਖਿੜਕੀਆਂ ਦੇ ਉੱਤੇ, ਵਿੰਡੋ ਸਟਾਪਰ ਰੱਖੇ ਜਾਣ ਉਹਨਾਂ ਦੇ ਉੱਤੇ, ਤੇ ਖਿੜਕੀਆਂ ਦੇ ਨੇੜੇ ਕੋਈ ਵੀ ਫਰਨੀਚਰ ਪਿਆ ਹੋਵੇ ਤਾਂ ਉਸ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਕਿ ਉਸ ਦੇ ਸਹਾਰੇ ਬੱਚਾ ਖਿੜਕੀ ਤੱਕ ਨਾ ਪਹੁੰਚ ਸਕੇ। ਤੇ ਸਭ ਤੋਂ ਅਹਿਮ ਇਹੋ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਇਸ ਤਰ੍ਹਾਂ ਰੱਖੋ ਕਿ ਉਹਨਾਂ ਨੂੰ ਇਕੱਲਾ ਨਾ ਛੱਡੋ। ਲਗਾਤਾਰ ਨਜ਼ਰ ਬਣਾਏ ਰੱਖੋ ਕਿ ਜੇਕਰ ਉਹ ਖੇਡ ਵੀ ਰਹੇ ਨੇ ਤਾਂ ਕੋਈ ਅਜਿਹੀ ਸ਼ਰਾਰਤ ਨਾ ਕਰ ਦੇਣ ਜੋ ਉਹਨਾਂ ਦੇ ਵਾਸਤੇ ਖਤਰਨਾਕ ਸਾਬਤ ਹੋ ਜਾਵੇ।
ਇੱਥੇ ਜ਼ਿਕਰ ਖਾਸ ਹੈ ਕਿ ਤੁਹਾਨੂੰ ਕੱਲ੍ਹ ਵੀ ਅਸੀਂ ਦੱਸਿਆ ਸੀ, ਕੱਲ੍ਹ ਬਰਨਬੀ ਤੋਂ ਮਾਮਲਾ ਸਾਹਮਣੇ ਆਇਆ ਸੀ ਤੇ ਬਰਨਬੀ RCMP ਨੇ ਇਸ ਦੇ ਉੱਤੇ ਚੇਤਾਵਨੀ ਜਾਰੀ ਕੀਤੀ ਸੀ ਤੇ ਅੱਜ ਓਟਵਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ, ਯਾਨੀ ਕਿ ਦੇਸ਼ ਭਰ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਮਾਪਿਆਂ ਦੇ ਲਈ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਚੁਫੇਰੇ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਵੱਡੀ ਗਿਣਤੀ ਦੇ ਵਿੱਚ ਕਾਮੇ ਕੋਵਿਡ-19 ਦੇ ਦੌਰਾਨ ਘਰੋਂ ਕੰਮ ਕਰਨ ਲੱਗ ਪਏ ਤੇ ਇਸੇ ਦੇ ਉੱਤੇ ਇੱਕ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਜਾਰੀ ਹੋਇਆ ਕਿ ਵੱਡੀ ਗਿਣਤੀ 'ਚ ਅਜਿਹੇ ਕਾਮੇ ਨੇ ਜਿਹੜੇ ਕਿ ਘਰੋਂ ਕੰਮ ਕਰਨ ਤਾਂ ਲੱਗੇ ਸਨ, ਪਰ ਉਹਨਾਂ ਦੇ ਵਿੱਚੋਂ ਕੁਝ ਅਜਿਹੇ ਨੇ ਜਿਹੜੇ ਮੁੜ ਤੋਂ ਕੰਮ ਵਾਲੀਆਂ ਥਾਵਾਂ ਤੇ ਪਰਤਣਾ ਨਹੀਂ ਚਾਹੁੰਦੇ ਤੇ ਘਰੋਂ ਹੀ ਕੰਮ ਕਰਨਾ ਚਾਹੁੰਦੇ ਨੇ। ਕੈਨੇਡਾ ਦੇ AR ਇੰਸਟੀਚਿਊਟ ਦੇ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਹੈ। ਇਹ ਇੱਕ ਨਾਨ ਪ੍ਰੋਫਿਟ ਇੰਸਟੀਚਿਊਟ ਹੈ ਜਿਸ ਦੇ ਵੱਲੋਂ ਕਈ ਚੀਜ਼ਾਂ ਦੇ ਉੱਤੇ ਸਰਵੇਖਣ ਕੀਤੇ ਜਾਂਦੇ ਨੇ। ਤਾਜ਼ਾ ਕੀਤੇ ਗਏ ਸਰਵੇਖਣ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਬਹੁਤ ਸਾਰੇ ਅਜਿਹੇ ਕੈਨੇਡਾ ਵਾਸੀ ਨੇ ਜਿਹੜੇ ਕਿ ਘਰੋਂ ਕੰਮ ਕਰ ਰਹੇ ਸੀ ਕੋਵਿਡ-19 ਦੇ ਦੌਰਾਨ ਤੇ ਉਹ ਚਾਹੁੰਦੇ ਨੇ ਕਿ ਕੋਵਿਡ-19 ਦੇ ਬਾਅਦ ਜੇਕਰ ਹਾਲਾਤ ਆਮ ਵਰਗੇ ਵੀ ਹੋ ਜਾਂਦੇ ਨੇ ਤਾਂ ਵੀ ਉਹ ਘਰੋਂ ਹੀ ਕੰਮ ਕਰਨਾ ਚਾਹੁੰਦੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿੰਨੇ ਵਿਅਕਤੀਆਂ ਨੂੰ ਉਹਨਾਂ ਦੇ ਵੱਲੋਂ ਸਰਵੇਖਣ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਕਿਹਾ ਗਿਆ ਸੀ, ਉਹਨਾਂ ਵਿੱਚੋਂ 56% ਨੇ ਇਹ ਦੱਸਿਆ ਕਿ ਉਹ ਘਰੋਂ ਕੰਮ ਨਹੀਂ ਕਰ ਰਹੇ ਤੇ 44% ਨੇ ਦੱਸਿਆ ਕਿ ਜਾਂ ਉਹ ਘਰੋਂ ਕੰਮ ਕਰ ਰਹੇ ਨੇ ਜਾਂ ਉਹਨਾਂ ਦੇ ਘਰ ਵਿੱਚ ਕੋਈ ਵਿਅਕਤੀ ਘਰੋਂ ਕੰਮ ਕਰ ਰਿਹਾ ਹੈ ਜਾਂ ਫਿਰ ਉਹਨਾਂ ਦੇ ਘਰ 'ਚ ਮੌਜੂਦ 2 ਵਿਅਕਤੀ ਘਰੋਂ ਕੰਮ ਕਰ ਰਹੇ ਨੇ। ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਪੁੱਛਿਆ ਕਿ ਕੀ ਕੋਵਿਡ-19 ਤੋਂ ਬਾਅਦ ਆਮ ਵਰਗੇ ਜਦੋਂ ਹਾਲਾਤ ਹੋ ਜਾਂਦੇ ਨੇ ਤਾਂ ਉਹ ਵਾਪਸ ਕੰਮ ਤੇ ਜਾਣਾ ਚਾਹੁੰਦੇ ਨੇ, ਤਾਂ ਉਹਨਾਂ ਵਿੱਚੋਂ 36% ਦਾ ਕਹਿਣਾ ਸੀ ਕਿ ਉਹ ਜਾਣਾ ਚਾਹੁੰਦੇ ਨੇ ਤੇ 20% ਦਾ ਕਹਿਣਾ ਸੀ ਕਿ ਉਹ ਘਰੋਂ ਹੀ ਕੰਮ ਕਰਨਾ ਚਾਹੁੰਦੇ ਨੇ, ਕੰਮ ਵਾਲੀ ਥਾਂ ਦੇ ਉੱਤੇ ਮੁੜ ਕੇ ਨਹੀਂ ਜਾਣਾ ਚਾਹੁੰਦੇ ਤੇ 44% ਦਾ ਕਹਿਣਾ ਸੀ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੋਵਾਂ ਦੇ ਵਿੱਚੋਂ, ਚਾਹੇ ਉਹ ਦਫ਼ਤਰ ਜਾ ਕੇ ਕੰਮ ਕਰਨ ਚਾਹੇ ਘਰ ਰਹਿ ਕੇ ਹੀ ਕੰਮ ਕਰਨ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੰਮ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਿਆ ਘਰ ਦੇ ਵਿੱਚ ਰਹਿਣ ਨਾਲ, ਕਿ ਕੀ ਜਿਹੜਾ ਕੰਮ ਪਹਿਲਾਂ ਦਫ਼ਤਰ ਦੇ ਵਿੱਚ ਰਹਿ ਕੇ ਹੁੰਦਾ ਸੀ ਉਹ ਘਰ ਵਿੱਚ ਰਹਿਣ ਨਾਲ ਘਟਿਆ ਜਾਂ ਵਧਿਆ। ਤਾਂ 13% ਦਾ ਕਹਿਣਾ ਸੀ ਕਿ ਉਸ ਦੇ ਉੱਤੇ ਮਾੜਾ ਪ੍ਰਭਾਵ ਪਿਆ ਤੇ 59% ਦਾ ਕਹਿਣਾ ਸੀ ਕਿ ਖਾਸ ਨਹੀਂ, ਠੀਕ ਹੀ ਰਿਹਾ ਤੇ 28% ਦਾ ਕਹਿਣਾ ਸੀ ਕਿ ਚੰਗਾ ਪ੍ਰਭਾਵ ਪਿਆ, ਉਹ ਜ਼ਿਆਦਾ ਕੰਮ ਕਰ ਸਕੇ ਨੇ। ਇਸ ਦੇ ਨਾਲ ਹੀ ਜਦੋਂ ਪੁੱਛਿਆ ਗਿਆ ਕਿ ਮਾਨਸਿਕ ਸਥਿਤੀ ਦੇ ਉੱਤੇ ਕੀ ਅਸਰ ਪਿਆ ਤਾਂ 15% ਦਾ ਕਹਿਣਾ ਸੀ ਕਿ ਮਾੜਾ ਅਸਰ ਪਿਆ, 68% ਦਾ ਕਹਿਣਾ ਸੀ ਕਿ ਖਾਸ ਅਸਰ ਨਹੀਂ ਪਿਆ, ਠੀਕ ਸੀ ਤੇ 16% ਦਾ ਕਹਿਣਾ ਸੀ ਕਿ ਸਗੋਂ ਉਹਨਾਂ ਨੂੰ ਵਧੀਆ ਮਹਿਸੂਸ ਹੋਇਆ। ਤੇ ਵੱਖੋ-ਵੱਖਰੇ ਲੋਕਾਂ ਦੇ ਵੱਲੋਂ ਆਪੋ ਆਪਣੇ ਵਿਚਾਰ ਦਿੱਤੇ ਜਾ ਰਹੇ ਨੇ ਕਿ ਆਖਿਰ ਕੋਵਿਡ-19 ਤੋਂ ਬਾਅਦ ਜੇਕਰ ਆਮ ਵਰਗੇ ਹਾਲਾਤ ਹੋ ਜਾਂਦੇ ਨੇ ਤਾਂ ਉਹ ਘਰੋਂ ਕੰਮ ਕਰਕੇ ਰਾਜ਼ੀ ਨੇ ਜਾਂ ਨਹੀਂ। ਜਿਸ ਦੇ ਵਿੱਚ ਔਸਤਨ ਇਹ ਦੱਸਿਆ ਗਿਆ ਕਿ ਜਿੰਨੇ ਵੀ ਵਿਅਕਤੀ ਇਸ ਸਮੇਂ ਕੋਵਿਡ-19 ਦੇ ਕਰਕੇ ਘਰੋਂ ਕੰਮ ਕਰ ਰਹੇ ਨੇ ਉਹਨਾਂ ਵਿੱਚੋਂ 1/3 ਅਜਿਹੇ ਨੇ ਜੋ ਕਿ ਹਾਲਾਤ ਆਮ ਵਰਗੇ ਹੋਣ ਤੋਂ ਬਾਅਦ ਕੰਮ ਵਾਲੀ ਥਾਂ ਦੇ ਉੱਤੇ ਪਰਤਣਾ ਚਾਹੁੰਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਭਰ ਤੋਂ ਅੱਜ ਅੰਕੜੇ ਕੀ ਨੇ ਕਿ ਹਰ ਸੂਬੇ ਦੇ ਵਿੱਚ ਆਖਿਰ ਐਕਟਿਵ ਕੇਸ ਕਿੰਨੇ ਨੇ ਤੇ ਮੌਤਾਂ ਕਿੰਨੀਆਂ ਹੋ ਚੁੱਕੀਆਂ ਨੇ। ਕੈਨੇਡਾ ਭਰ ਵਿੱਚ ਕੋਵਿਡ-19 ਨਾਲ ਸੰਬੰਧਿਤ ਮਾਮਲਿਆਂ ਦੀ ਗਿਣਤੀ ਕਰੀਬ 1,02,794 ਹੋ ਚੁੱਕੀ ਹੈ, ਜਿੱਥੇ 65,726 ਦੇ ਕਰੀਬ ਵਿਅਕਤੀ ਠੀਕ ਹੋ ਚੁੱਕੇ ਨੇ ਤੇ 8508 ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਵਿੱਚ ਐਕਟਿਵ ਕੇਸ ਕਰੀਬ 509 ਹੋ ਗਏ ਨੇ ਤੇ 154 ਹੁਣ ਤੱਕ ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਨਵੀਂ ਮੌਤ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਐਕਟਿਵ ਕੇਸ 187 ਤੇ ਮੌਤਾਂ 174 ਹੋ ਗਈਆਂ ਨੇ। ਮੈਨੀਟੋਬਾ ਵਿੱਚ ਐਕਟਿਵ ਕੇਸ ਕਰੀਬ 11 ਨੇ ਤੇ 7 ਮੌਤਾਂ ਹੋ ਚੁੱਕੀਆਂ ਨੇ। ਨਿਊ ਬ੍ਰੰਸਵਿਕ ਦੇ ਵਿੱਚ ਐਕਟਿਵ ਕੇਸ 13 ਨੇ ਤੇ 2 ਮੌਤਾਂ ਹੋਈਆਂ ਨੇ। ਨਿਊ ਫਾਊਂਡਲੈਂਡ ਦੇ ਵਿੱਚ ਇੱਕ ਵੀ ਐਕਟਿਵ ਕੇਸ ਨਹੀਂ ਹੈ ਪਰ 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਦੇ ਵਿੱਚ ਇੱਕ ਵੀ ਐਕਟਿਵ ਕੇਸ ਨਹੀਂ ਹੈ ਪਰ 63 ਮੌਤਾਂ ਹੋਈਆਂ ਨੇ। ਓਨਟਾਰੀਓ ਵਿੱਚ ਐਕਟਿਵ ਕੇਸ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘਟ ਗਏ ਨੇ, ਜਿੱਥੇ ਤਾਜ਼ਾ ਗਿਣਤੀ 1870 ਦੇ ਕਰੀਬ ਆਈ ਹੈ ਸਾਹਮਣੇ ਤੇ 2692 ਉੱਥੇ ਮੌਤਾਂ ਹੋ ਚੁੱਕੀਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਸਾਰੇ ਵਿਅਕਤੀ ਠੀਕ ਹੋ ਗਏ ਨੇ, ਕੋਈ ਵੀ ਐਕਟਿਵ ਕੇਸ ਨਹੀਂ ਹੈ, ਨਾ ਕੋਈ ਮੌਤ ਹੋਈ ਹੈ। ਕਿਊਬੈਕ ਦੇ ਵਿੱਚ 25,845 ਐਕਟਿਵ ਕੇਸ ਨੇ ਤੇ 5448 ਮੌਤਾਂ ਹੋਈਆਂ ਨੇ। ਸਸਕੈਚਵਨ ਦੇ ਵਿੱਚ 105 ਐਕਟਿਵ ਕੇਸ ਨੇ ਤੇ 13 ਮੌਤਾਂ ਹੋਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਤੇ ਯੂਕੋਨ ਤੋਂ ਹੁਣ ਇੱਕ ਵੀ ਮਾਮਲਾ ਸਾਹਮਣੇ ਨਹੀਂ ਆ ਰਿਹਾ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਅੱਜ ਜੋ ਜਾਣਕਾਰੀ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ ਮੂਲ ਨਿਵਾਸੀਆਂ ਤੋਂ ਹੈਲਥ ਆਫਿਸਰ ਨੇ ਵੀ ਜਾਣਕਾਰੀ ਦਿੱਤੀ, ਜਿਨ੍ਹਾਂ ਦੱਸਿਆ ਕਿ ਆਖਿਰ ਕਿੰਨੇ ਮੂਲ ਨਿਵਾਸੀ ਨੇ ਜਿਨ੍ਹਾਂ ਨੂੰ ਕੋਵਿਡ-19 ਦੇ ਬਿਮਾਰੀ ਦਾ ਸਾਹਮਣਾ ਕਰਨਾ ਪਿਆ, ਕਿੰਨੀਆਂ ਮੌਤਾਂ ਹੋਈਆਂ ਨੇ ਤੇ ਕਿੰਨੇ ਇਸ ਸਮੇਂ ਐਕਟਿਵ ਕੇਸ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਅੱਜ ਕੋਵਿਡ-19 ਨਾਲ ਸੰਬੰਧਿਤ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ
ਮੂਲ ਨਿਵਾਸੀਆਂ ਤੋਂ ਚੀਫ ਮੈਡੀਕਲ ਆਫੀਸਰ ਨੇ ਖਾਸ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਕੋਵਿਡ-19 ਦੇ ਨਾਲ ਮੂਲ ਨਿਵਾਸੀਆਂ ਦੇ ਵਿੱਚ ਕਿਸ ਤਰ੍ਹਾਂ ਲੜਾਈ ਹੋ ਰਹੀ ਹੈ, ਕੋਵਿਡ-19 ਦੇ ਦੌਰਾਨ ਕਿਹੋ ਜਿਹੇ ਕਦਮ ਚੁੱਕੇ ਗਏ ਨੇ, ਇਸ ਦੀ ਜਾਣਕਾਰੀ ਦਿੱਤੀ। ਤਾਂ ਨਾਲ ਹੀ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਮੂਲ ਨਿਵਾਸੀਆਂ ਦੇ ਵਿੱਚ 87 ਵਿਅਕਤੀਆਂ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ, ਜਿਨ੍ਹਾਂ ਦੇ ਵਿੱਚੋਂ 4 ਮੂਲ ਨਿਵਾਸੀਆਂ ਦੀ ਕੋਵਿਡ-19 ਦੇ ਕਰਕੇ ਮੌਤ ਹੋ ਗਈ ਹੈ। ਤੇ ਜੇਕਰ ਇਸ ਸਮੇਂ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਮੂਲ ਨਿਵਾਸੀਆਂ ਦੇ ਵਿੱਚ 3 ਅਜਿਹੇ ਮੂਲ ਨਿਵਾਸੀ ਨੇ ਜਿਨ੍ਹਾਂ ਦੇ ਐਕਟਿਵ ਕੇਸ ਨੇ ਇਸ ਸਮੇਂ, ਬਾਕੀ ਸਾਰੇ ਠੀਕ ਹੋ ਗਏ ਨੇ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੱਕ 5500 ਮੂਲ ਨਿਵਾਸੀਆਂ ਦੇ ਟੈਸਟ ਕੋਵਿਡ-19 ਨਾਲ ਸੰਬੰਧਿਤ ਕੀਤੇ ਗਏ ਨੇ ਤੇ ਸ਼ੁਰੂਆਤ ਤੋਂ ਲੈ ਕੇ ਯਾਨੀ ਕਿ ਜਨਵਰੀ ਮਹੀਨੇ ਤੋਂ ਜਦੋਂ ਤੋਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਸੀ, ਉਦੋਂ ਤੋਂ ਲੈ ਕੇ ਹੁਣ ਤੱਕ 87 ਹੀ ਮੂਲ ਨਿਵਾਸੀਆਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੋਜ਼ਿਟਿਵ ਪਾਇਆ ਗਿਆ ਹੈ ਕੋਵਿਡ-19 ਤੋਂ। ਇਸ ਨਾਲ ਹੀ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਗਿਆ ਕਿ ਮੂਲ ਨਿਵਾਸੀਆਂ ਦੇ ਜੋ ਰਿਜ਼ਰਵ ਖੇਤਰ ਨੇ ਜਾਂ ਫਿਰ ਉਹਨਾਂ ਦੇ ਨੇੜੇ ਨੇ, ਉਹਨਾਂ ਦੇ ਵਿੱਚ 42 ਮੂਲ ਨਿਵਾਸੀਆਂ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ, ਬਾਕੀ ਹੋਰ ਖੇਤਰਾਂ ਤੋਂ ਸਨ। ਤੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮੂਲ ਨਿਵਾਸੀਆਂ ਦੀਆਂ ਜਿਹੜੀਆਂ ਸੈਰੇਮਨੀਜ਼ ਹੁੰਦੀਆਂ ਨੇ ਜੋ ਕਿ ਵੱਡੇ ਪੱਧਰ ਦੇ ਉੱਤੇ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਛੋਟਾ ਵੀ ਕੀਤਾ ਗਿਆ ਤੇ ਕਈ ਥਾਵਾਂ ਦੇ ਉੱਤੇ ਲੋਕਡਾਊਨ ਵੀ ਲਗਾਇਆ ਗਿਆ। ਸਿਰਫ ਗਰੋਸਰੀ ਸਟੋਰਸ ਤੱਕ ਜਾਣ ਦੀ ਇਜਾਜ਼ਤ ਦਿੱਤੀ ਗਈ ਤੇ ਹੋਰ ਜਿਹੜੇ ਜ਼ਰੂਰੀ ਕੰਮ ਸਨ ਉਹਨਾਂ ਦੇ ਵਾਸਤੇ, ਜਿਸ ਦੇ ਲਈ ਕਈ ਫੈਸਲੇ ਲਏ ਗਏ ਜਿਸ ਨਾਲ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਜਿਸ ਦੇ ਵਿੱਚ ਚੰਗੀ ਕਾਮਯਾਬੀ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਕਿਉਂਕਿ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ ਜਿੱਥੇ ਘਟ ਰਹੀ ਹੈ, ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੈਸਟ ਵੀ ਹੋ ਰਹੇ ਨੇ ਉਸ ਦੇ ਵਿੱਚ ਜ਼ਿਆਦਾਤਰ ਨੈਗੇਟਿਵ ਹੀ ਪਾਏ ਜਾ ਰਹੇ ਨੇ। ਤਾਂ ਨਾਲ ਹੀ ਅਧਿਕਾਰੀ ਨੇ ਵੀ ਕਿਹਾ ਕਿ ਜਿਹੜੇ ਵੀ ਵਿਅਕਤੀ ਉਹਨਾਂ ਨੂੰ ਸ਼ੱਕ ਜਾਪਦਾ ਹੈ ਕਿ ਉਹ ਬਿਮਾਰ ਨੇ ਜਾਂ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ ਤਾਂ ਉਹਨਾਂ ਦੇ ਵਾਸਤੇ ਹੁਣ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਹਰ ਕੋਈ ਕੋਵਿਡ-19 ਦਾ ਟੈਸਟ ਕਰਵਾ ਸਕਦਾ ਹੈ ਤਾਂ ਕਿ ਉਹ ਸ਼ੱਕ ਨੂੰ ਕੱਢ ਸਕਣ ਤੇ ਨਾਲ ਹੀ ਇਹ ਵੀ ਸਥਾਈ ਬਣਾਇਆ ਜਾ ਸਕੇ ਕਿ ਕਿੰਨੇ ਵਿਅਕਤੀ ਪੂਰੀ ਤਰ੍ਹਾਂ ਕੋਵਿਡ-19 ਤੋਂ ਸੁਰੱਖਿਅਤ ਨੇ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।